ਨੈਕਸਟ ਬੇਟਾ ਸਾਡੇ ਕੋਲ ਕੁਐਸਚਨ ਨੰਬਰ 2 ਆ। ਉੱਪਰ ਦਿੱਤੇ ਗਏ ਪ੍ਰਸ਼ਨ ਦੇ ਉਹਨਾਂ ਪ੍ਰਮੇਯ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਲਿਖੋ ਜੋ ਸ਼ਾਂਤ ਹਨ। ਬੇਟਾ ਉੱਪਰ ਜਿਹੜਾ ਪਹਿਲਾ ਕੁਐਸਚਨ ਕੀਤਾ ਉਹਦੇ 10 ਪਾਰਟ ਸੀ ਸਾਡੇ ਕੋਲ। 10 ਵਿੱਚ ਆਪਾਂ ਉਹ ਕੁਐਸਚਨ ਜਿਹੜੇ ਸ਼ਾਂਤ ਦਸ਼ਮਲਵ ਸਨ ਉਹਨਾਂ ਦਾ ਆਪਾਂ ਕੀ ਕਰਨਾ, ਦਸ਼ਮਲਵ ਵਿਸਤਾਰ ਲਿਖਣਾ, ਯਾਨੀ ਉਹਨਾਂ ਨੂੰ ਪੁਆਇੰਟ ਵਿੱਚ ਉਹਨਾਂ ਦਾ ਆਪਾਂ ਆਨਸਰ ਲਿਖਣਾ। ਠੀਕ ਹੈ, ਉਹ ਸ਼ਾਂਤ ਦਸ਼ਮਲਵ ਹਨ, ਐਂਡ ਤਾਂ ਉਹਨਾਂ ਦਾ ਹੋ ਜਾਂਦਾ, ਆਪਾਂ ਉਹਨਾਂ ਦਾ ਜਿੱਥੇ ਜਾ ਕੇ ਐਂਡ ਹੋਇਆ ਮਤਲਬ ਸਾਰੇ ਆਪਾਂ ਉਹਦਾ ਦਸ਼ਮਲਵ ਵਿਸਤਾਰ ਉਹਦਾ ਲਿਖਣਾ ਹੈ। ਠੀਕ ਹੈ, ਸੋ ਇਹਦੇ ਵਿੱਚ ਬੇਟਾ ਆਪਣਾ ਜਿਹੜਾ ਪਹਿਲਾ ਕੁਐਸਚਨ ਸੀਗਾ ਉਹ ਵੀ ਸ਼ਾਂਤ ਦਸ਼ਮਲਵ ਸੀਗਾ। ਆਪਾਂ ਪਹਿਲੇ ਨੂੰ ਕਰ ਰਹੇ ਹਾਂ। ਦੇਖੋ ਪਹਿਲੇ ਵਿੱਚ ਕੀ ਕਰਨਾ, ਆਪਾਂ ਪਹਿਲਾ ਕੁਐਸਚਨ ਲਿਖਿਆ, ਇਹਨੂੰ ਹੁਣ ਸ਼ਾਂਤ ਦਸ਼ਮਲਵ, ਇਹ ਹੈਗਾ ਤਾਂ ਸ਼ਾਂਤ ਦਸ਼ਮਲਵ ਆ, ਆਪਾਂ ਇਹਦਾ ਦਸ਼ਮਲਵ ਰੂਪ ਲਿਖਣਾ, ਦਸ਼ਮਲਵ ਵਿਸਤਾਰ ਲਿਖਣਾ। ਸੋ ਬੇਟਾ ਇੱਕ ਤਾਂ ਤਰੀਕਾ ਇਹਦਾ ਇਹ ਆ ਕਿ ਆਪਾਂ 13 ਨੂੰ ਵਿੱਚ ਰੱਖ ਕੇ ਥੱਲੇ ਜਿਹੜਾ ਨੰਬਰ ਉਹਨਾਂ ਡਿਵਾਈਡ ਕਰ ਲਈਏ। ਸੋ ਪੁਆਇੰਟ ਵਿੱਚ ਸਾਡੇ ਕੋਲ ਆਨਸਰ ਆ ਜਾਏਗਾ ਨਾ, ਇੱਦਾਂ ਡਿਵੀਜ਼ਨ ਆਪਾਂ ਕਰਦੇ ਜਿੱਦਾਂ ਉੱਪਰ ਵਾਲੇ ਨੰਬਰ ਨੂੰ ਵਿੱਚ ਰੱਖੀਦਾ, ਨੀਚੇ ਵਾਲੇ ਨਾਲ ਡਿਵਾਈਡ ਕਰ ਲਈਦਾ, ਉਹ ਵੀ ਬੇਟਾ ਹੋ ਜਾਂਦਾ ਹੈ। ਨਹੀਂ ਤਾਂ ਬੇਟਾ ਜਿਹੜੇ ਸ਼ਾਂਤ ਦਸ਼ਮਲਵ ਹੁੰਦੇ ਆ ਉਹ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਕਰ ਸਕਦੇ ਹਾਂ। ਆਹ ਦੇਖੋ ਹੁਣ ਬੇਟਾ ਇਹਦੇ ਵਿੱਚ ਆਪਾਂ ਦੇਖਣਾ ਹੈ ਕਿ ਜਿਹੜਾ 5 ਆ ਉਹ ਨੀਚੇ ਕਿੰਨੀ ਵਾਰੀ ਆਉਂਦਾ ਹੈ। 5 ਦੇਖੋ ਕਿੰਨੀ ਵਾਰੀ ਆਉਂਦਾ, 5 ਵਾਰੀ। ਠੀਕ ਹੈ, ਆਪਾਂ ਕੀ ਕਰਨਾ, ਆਪਾਂ ਇਹਦਾ ਦਸ਼ਮਲਵ ਪ੍ਰਸਾਰ ਲਿਖਣਾ। ਤਾਂ ਕੀ ਕਰਨਾ, ਆਪਾਂ ਦੇਖੋ 5 ਵਾਰੀ ਆਉਂਦਾ, ਤਾਂ ਮੈਂ ਇਹਨੂੰ ਕੀ ਕਰਨਾ, ਮੈਂ ਇਹਨੂੰ 2 ਨੂੰ 5 ਵਾਰੀ ਇਹਦੇ ਨਾਲ ਮਲਟੀਪਲਾਈ ਕਰ ਦੇਣਾ, ਗੁਣਾ ਕਰ ਦੇਣਾ। 5 ਵਾਰੀ ਆ ਰਿਹਾ ਸੀ, ਆਪਾਂ 2 ਨੂੰ 5 ਵਾਰੀ ਇਹਨਾਂ ਗੁਣਾ ਕਰ ਦੇਣਾ। ਕਿਉਂ ਕਰਨਾ, ਕਿਉਂਕਿ ਜਦੋਂ ਵੀ ਆਪਾਂ ਦਸ਼ਮਲਵ ਪ੍ਰਸਾਰ ਲਿਖਣਾ ਸ਼ਾਂਤ ਦਸ਼ਮਲਵ ਵਾਲਿਆਂ ਦਾ, ਤਾਂ ਕੀ ਕਰਨਾ, ਨੀਚੇ ਆਪਾਂ 10 ਬਣਾਉਣਾ ਬੇਟਾ, ਜਿੱਦਾਂ 5 ਤੋਂ 10 ਬਣਾ ਲੈਣਾ। ਠੀਕ ਹੈ, ਆਹ 5 ਨੂੰ ਜਿਵੇਂ ਆਹ 2 ਨਾਲ ਗੁਣਾ ਕਰਾਂ 10 ਬਣ ਜਾਏਗਾ, ਇਹ 5 ਨੂੰ ਇਹ 2 ਨਾਲ ਗੁਣਾ ਕਰਾਂ 10 ਬਣ ਜਾਏਗਾ, ਇਹ 5 ਨੂੰ ਇਹ 2 ਨਾਲ ਗੁਣਾ ਕਰਾਂ 10 ਬਣ ਜਾਏਗਾ, ਇਹ 5 ਨੂੰ ਇਹ 2 ਨਾਲ ਗੁਣਾ ਕਰਾਂ 10 ਬਣ ਜਾਏਗਾ, ਇਹ 5 ਨੂੰ ਇਹ 2 ਨਾਲ ਗੁਣਾ ਕਰਾਂ ਕੀ ਬਣ ਜਾਏਗਾ, ਇਹ 10। ਠੀਕ ਹੈ, ਤਾਂ ਆਪਾਂ ਨੀਚੇ 10 ਬਣਾਉਣਾ। ਤਾਂ ਮੈਂ ਕੀ ਕੀਤਾ, ਦੇਖੋ ਇਹ ਜੇ ਮੈਂ ਨੀਚੇ ਕਿੰਨਾ ਮਲਟੀਪਲਾਈ ਕੀਤਾ ਬੇਟਾ, 2 ਗੁਣਾ 2 ਗੁਣਾ 2 ਗੁਣਾ 2 ਗੁਣਾ, ਇਹਨਾਂ ਮੈਂ ਉੱਪਰ ਕਰ ਦੇਣਾ। ਨੀਚੇ ਮੈਂ ਦੇਖੋ 2 ਨੂੰ 5 ਵਾਰੀ ਗੁਣਾ ਕੀਤਾ, ਉੱਪਰ ਵੀ 2 ਨੂੰ 5 ਵਾਰੀ ਗੁਣਾ ਕਰ ਦੇਣਾ, ਫਰਕ ਤਾਂ ਕੋਈ ਪਿਆ ਨਹੀਂ, ਕੋਈ ਕੱਟ ਹੀ ਜਾਣੇ। ਠੀਕ ਹੈ, ਹੁਣ ਕੀ ਕਰਨਾ, ਉੱਪਰ ਦਾ ਬੇਟਾ ਆਪਾਂ ਦੇਖੋ ਇਹਨਾਂ ਨੂੰ ਗੁਣਾ ਕਰੀਏ, 2 ਦੂਣੀ 4, 4 ਦੂਣੀ 8, 8 ਦੂਣੀ 16, 16 ਦੂਣੀ 32। ਠੀਕ ਹੈ, ਨੀਚੇ ਬੇਟਾ 5 ਨੂੰ ਆ 2 ਨਾਲ ਕੀਤਾ 10, ਫਿਰ ਅਗਲੇ 5 ਨੂੰ ਆ 2 ਨਾਲ ਕੀਤਾ 10, 10 10 10। ਠੀਕ ਹੈ, ਮੈਂ ਕੀ ਕੀਤਾ, ਆਹ 5 ਨੂੰ ਮੈਂ ਮਲਟੀਪਲਾਈ ਕਰਤਾ ਆਹ 2 ਨਾਲ, ਆਹ 5 ਨੂੰ 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 ਆਹ 2 ਨਾਲ। ਹੁਣ ਮੇਰੇ ਕੋਲ ਕੀ ਬਣਿਆ, ਪਹਿਲਾਂ ਆਪਾਂ 32 ਨੂੰ 13 ਨਾਲ ਵੀ ਗੁਣਾ ਕਰ ਲਈਏ, 3 ਦੂਣੀ 6, 3 ਤੀਏ 9, 2 ਤੇ 3, ਇਹ ਬੇਟਾ ਆ ਗਿਆ ਮੇਰੇ ਕੋਲ। ਬੇਟਾ ਮੇਰੇ ਕੋਲ ਕੀ ਆ ਗਿਆ, 13 ਨੂੰ ਮੈਂ 32 ਨਾਲ ਮਲਟੀਪਲਾਈ ਕੀਤਾ, ਇਹ ਕਿੰਨਾ ਆ ਗਿਆ 416। ਠੀਕ ਹੈ, ਨੀਚੇ ਕਿੰਨਾ ਸਾਡਾ ਇਹਨਾਂ ਪੰਜਾਂ ਨੂੰ ਆਪਾਂ ਮਲਟੀਪਲਾਈ ਕਰਦੀ, ਇੱਕ ਦੇ ਨਾਲ ਕਿੰਨੀਆਂ ਜ਼ੀਰੋ ਲੱਗ ਜਾਣੀਆਂ, 1 2 3 4 5 5 ਲੱਗ ਗਈਆਂ। ਹੁਣ ਬੇਟਾ ਆਪਾਂ ਪੁਆਇੰਟ ਲਗਾ ਦੇਣਾ ਇਹਦਾ, ਦੇਖੋ ਇਹ ਥਾਂ 'ਤੇ ਆ, ਇਹ ਥਾਂ 'ਤੇ ਆ, ਇਹ ਥਾਂ 'ਤੇ ਆ, ਇਹ ਥਾਂ 'ਤੇ ਜ਼ੀਰੋ ਲਾ ਲੈਣੀ, ਇਹ ਥਾਂ 'ਤੇ ਜ਼ੀਰੋ ਲਾ ਲੈਣੀ, ਜਿੱਥੇ ਇੱਕ ਉੱਥੇ ਕੀ ਆਪਾਂ ਲੈਣਾ ਪੁਆਇੰਟ। ਠੀਕ ਹੈ, तो ये बन गया साढ़े कोल पॉइंट 0 0 4 1 6। आ बेटा कि उद्दे जीरो लगा देनी है ना पॉइंट तो इधरले पासे। सो ये साडा की आ गया बेटा दशमलव प्रसार आ गया 13/3125 का। ठीक है, आप इनू भाग किते बिना ही सौखे मैथड नाल दस दिता कि दशमलव प्रसार कितना होवेगा। जे तुसीं इनू इदां भाग करके देखोगे जिद्दां 13 नूं विच रख के 3125 नाल तां भी आ जाना है। ठीक है, पर आप दूसरे तरीके नाल कर लिया। ये बेटा सी साडे कोल इहदा दूसरे का फस्ट क्वेश्चन। हुण आपां करिए दूसरे का सैकेंड। दूसरे के सैकेंड में बेटा की है साडे कोल 17/8। फिर मैं की करना बेटा 8 मैं लिखता 2 गुणा 2 गुणा 2। हुण बेटा मैं 10 बनाउणा नीचे 10 बनाउण लई मैनूं नीचे 5 नूं 3 वारी गुणा करना पैना, उपर भी 5 नूं 3 वारी गुणा कर देना आपां। नीचे बेटा देखो उपर कितना आएगा 17, आ 5 5 25 5 125। नीचे कितना आ जाएगा बेटा देखो 2 5 10 2 5 10 2 5 10। ठीक है, नीचे इतना आ जाएगा। ये बेटा मेरे को आ जाएगा हम 17 ने 125 ने गुणा करके कितना आ जाएगा 2125। नीचे 10 गुणा 10 गुणा 10 कितना आ गया बेटा 1000। हम देखो पॉइंट कितना लाना, एक था आ एक था आ एक था आ एक था पॉइंट ला देना। ये बन गया 2.125। ठीक है, नैक्सट क्वेश्चन बेटा साढ़े को 4 था 15/1600। 1600 बेटा आप इदा लिखा सी जिदा पिछे आप क्वेश्चन किया जो देख लेना। 1600 आप जो प्राइम फैक्टराइजेशन की आप लिखा 2 की पावर 6 5 की पावर 2। हम 2 की पावर 6 मैं कितना लिखता 2 मैं 6 बारी गुणा पा के लिखता। 5 की पावर 2 कि लिखा 5 में 2 बारी गुणा पा के लिख दिता। हम देखो बेटा आ 2 तो आ 5 ना गुणा हो जाएगा, आ 2 आ 5 ना गुणा हो जाएगा, बाकी साढ़े को बचे 4 2। ठीक है, ये 4 2 लिए की करना मैं अपने कोलों 5 नूं 4 बारी गुणा कर देना। ये बेटा उपर कर देना आपां। क्यों किया क्योंकि नीचे मैं 10 10 बनाना,
तो जो आप नीचे मल्टीप्लाई करते हैं उन्हें उपर भी करना पैंदा, तां ही कोई फर्क नहीं पेगा, कट जाएगा ना, कोई फर्क नहीं पैंदा। तो हुण बेटा की आ जाएगा, उपर देखो की आ जाएगा, 5 5 25, 5 125, 5 625, नीचे बेटा कितनी बारी देखो 10 बनेगा, एक इनू किया एक बारी, इनू 2 नूं आ 5 ने किया 2 बारी, आ 2 नूं आ 5 ने किया 3 बारी, आ 2 नूं आ 5 ने किया 4 बारी, आ 2 नूं आ 5 ने किया 5 बारी, आ 2 नूं आ 5 ने किया 6 बारी। नीचे साडे कोल आएगा 10 गुणा 10, 6 बारी 10 आ जाएगा, ठीक है बेटा। उपर हुण बेटा मल्टीप्लाई करके आ जाएगा साडे कोल, उपर बेटा मल्टीप्लाई करके आ जाएगा साडे कोल, देखो 625 नूं 15 गुणा करिएगा साडे कोल 93 75, 93 75 उपर लिखता, नीचे 10 गुणा 10 गुणा 10 गुणा 10 नूं 6 बारी आ, तो एक दे नाल कितनियां जीरो आ जाएगियां, 6 जीरोज आ जाएगियां। हुण कितना बनिया, तो पॉइंट किद्दां लगाउणा, दशमलव किद्दां लाउणा, देखो इह थां ते आया, इह थां ते आया, इह थां ते आया, इह थां ते आया, इह थां ते जीरो ला देना, इह थां ते जीरो ला देना, एक दी जगह ते की ला देना पॉइंट, ये बन गया साडे कोल पॉइंट 0093 75, ठीक है बेटा। हुण बेटा मैं की करना, नैक्सट क्वेश्चन जिहड़ा साडे कोल आ 6th 23 बटा ਉਹਦੇ लिखिਆ 2 ਦੀ 3 5 ਦੀ ਪਾਵਰ 2। ਹੁਣ ਇਹ ਦੇਖੋ 2 ਦੀ ਪਾਵਰ 3 ਆ, 2 ਨੂੰ 3 ਵਾਰ ਲਿਖਿਆ, 5 ਨੂੰ 2 ਵਾਰੀ ਲਿਖਿਆ। ਹੁਣ ਦੇਖੋ ਬੇਟਾ ਆਹ 2 ਨੂੰ ਮੈਂ ਆਹ 5 ਨਾਲ ਗੁਣਾ ਕਰ ਦਾਂਗਾ, ਆਹ 2 ਨੂੰ ਮੈਂ ਆਹ 5 ਨਾਲ ਗੁਣਾ ਕਰ ਦਾਂਗਾ, ਜਿਹੜਾ 2 ਆ ਇਹਦੇ ਲਈ ਮੈਨੂੰ ਕੀ ਕਰਨਾ ਪੈਣਾ, ਇਹਨੂੰ ਵੀ 10 ਬਣਾਉਣ ਲਈ ਇੱਥੇ 5 ਨਾਲ ਗੁਣਾ ਕੀਤਾ, ਉਹੀ ਉੱਪਰ ਵੀ ਕਰ ਦਿੱਤਾ, ਠੀਕ ਹੈ। ਉੱਪਰ ਕਿੰਨਾ ਹੈਗਾ 23 ਤੇ 5 ਆ 115, 23 5 115, ਨੀਚੇ ਦੇਖੋ ਬੇਟਾ 2 5 10, 2 5 10, 2 5 10, 10 ਕਿੰਨੀ ਰਹੇ ਆ 3 ਵਾਰੀ, ਉਹਨਾਂ ਨੂੰ ਗੁਣਾ ਕਰਕੇ ਕਿੰਨਾ ਬਣ ਜਾਣਾ 1000, ਠੀਕ ਹੈ। ਹੁਣ ਇਹ ਥਾਂ ਤੇ ਆਇਆ, ਇਹ ਥਾਂ ਤੇ ਆਇਆ, ਇਹ ਥਾਂ ਤੇ ਆ, ਇੱਥੇ ਕੀ ਲੱਗ ਜਾਣਾ ਬੇਟਾ ਪੁਆਇੰਟ, ਇਹ ਬਣ ਗਿਆ 0.115, ਜਿਹਨੂੰ ਆਪਾਂ 0.115 ਵੀ ਕਹਿੰਦੇ ਹਾਂ, ਠੀਕ ਹੈ। ਇਹ ਸਾਡਾ ਸੀਗਾ 6th ਕੁਐਸਚਨ। ਨੈਕਸਟ ਹੈ ਬੇਟਾ ਸਾਡਾ ਸੈਕਿੰਡ ਦਾ 8th ਪਾਰਟ 6/15, ਇਹਨੂੰ ਬੇਟਾ ਆਪਾਂ ਇੱਦਾਂ ਦੇਖਾਂਗੇ। ਨੈਕਸਟ ਹੈ ਬੇਟਾ ਸਾਡੇ ਕੋਲ ਸੈਕਿੰਡ ਦਾ 8th ਪਾਰਟ, 8th ਪਾਰਟ ਨੂੰ ਬੇਟਾ ਆਪਾਂ ਲਿਖ ਸਕਦੇ ਹਾਂ 6/15, ਯਾਨੀ 6/15 ਕਿੱਦਾਂ ਬਣਦਾ ਬੇਟਾ 3 ਗੁਣਾ 5, ਆ ਬੇਟਾ 3 ਇਹਨਾਂ ਕੱਟ ਜਾਏਗਾ, ਇੱਥੇ 2 ਆ ਜਾਏਗਾ। ਹੁਣ ਸਾਡੇ ਕੋਲ ਹੈਗਾ ਬੇਟਾ 2/5। ਇਹ ਬੇਟਾ ਆਪਾਂ ਪਿਛਲੇ ਜਦੋਂ ਫਸਟ ਦਾ 8th ਪਾਰਟ ਆ ਉਹਦੇ ਵਿੱਚ ਆਪਾਂ ਗਲਤੀ ਨਾਲ ਇਹਨੂੰ ਅਸ਼ਾਂਤ ਲਿਖ ਦਿੱਤਾ ਸੀ, ਪਰ ਇਹ ਅਸ਼ਾਂਤ ਦਸ਼ਮਲਵ ਨਹੀਂ ਹੈ ਬੇਟਾ, ਕਿਉਂਕਿ ਇਹਦੇ ਨੀਚੇ 3 ਤਾਂ ਕੱਟ ਗਿਆ, ਠੀਕ ਹੈ। ਹੁਣ 3 ਤਾਂ ਕੱਟ ਗਿਆ, ਜੇ ਤਾਂ 3 ਨੀਚੇ ਹੁੰਦਾ ਫਿਰ ਇਹ ਕੀ ਬਣ ਜਾਣਾ ਸੀਗਾ, ਅਸ਼ਾਂਤ ਦਸ਼ਮਲਵ ਬਣ ਜਾਣਾ ਸੀਗਾ, ਅਸ਼ਾਂਤ ਆਵਰਤੀ। ਪਰ ਹੁਣ ਕੀ ਹੈ ਇਹ, ਕਿਉਂਕਿ 3 ਕੱਟ ਗਿਆ, ਸਾਡੇ ਕੋਲ ਕਿੰਨਾ ਗਿਆ 2/5। ਸੋ ਬੇਟਾ ਇਹ ਕੀ ਆ ਸਾਡੇ ਕੋਲ ਸ਼ਾਂਤ ਦਸ਼ਮਲਵ, ਠੀਕ ਹੈ। ਸੋ ਜਿਹੜਾ ਉਸ ਕੁਐਸਚਨ ਵਿੱਚ ਸਾਡੇ ਕੋਲ ਗਲਤੀ ਹੋ ਗਈ ਹੈ, 2/5 ਕੀ ਸੀਗਾ, 2/5 ਕੀ ਇੱਕ ਸ਼ਾਂਤ ਦਸ਼ਮਲਵ ਹੈ। ਹੁਣ ਬੇਟਾ ਇਹਨੂੰ ਆਪਾਂ ਕਿੱਦਾਂ ਕਨਵਰਟ ਕਰਨਾ ਦਸ਼ਮਲਵ ਵਿੱਚ, ਆ ਦੇਖੋ ਮੇਰੇ ਕੋਲ ਸਿਰਫ 5 ਨੂੰ ਜੇ ਮੈਂ 2 ਨਾਲ ਗੁਣਾ ਕਰ ਦੇਵਾਂ ਤਾਂ ਨੀਚੇ 10 ਬਣ ਜਾਏਗਾ, ਉੱਪਰ ਵੀ 2 ਨਾਲ ਕਰਨਾ ਪੈਣਾ, ਫਿਰ ਮੈਨੂੰ ਉੱਪਰ ਆ ਗਿਆ 2 ਦੂਣੀ 4, ਨੀਚੇ ਆ ਗਿਆ 10, ਕਿੰਨਾ ਬਣ ਜਾਏਗਾ ਬੇਟਾ 0.4, ਠੀਕ ਹੈ। ਇਹ ਥਾਂ ਤੇ ਇੱਕ ਅੱਖਰ ਆ, 0 ਦੀ ਥਾਂ ਤੇ ਆਇਆ, 1 ਦੀ ਥਾਂ ਤੇ ਪੁਆਇੰਟ ਲਗਾ ਦੇਣਾ, ਸੋ 0.4 ਹੋ ਗਿਆ। ਇਸ ਤੋਂ ਬਾਅਦ ਬੇਟਾ ਸਾਡੇ ਕੋਲ ਸੈਕਿੰਡ ਦਾ ਹੈ ਮੇਰੇ ਕੋਲ 9th ਪਾਰਟ, 9th ਪਾਰਟ ਵਿੱਚ ਕੀ ਆ 35/50, ਇਹਨੂੰ ਬੇਟਾ ਮੈਂ ਇੱਦਾਂ ਲੈ ਸਕਦਾ, 50 ਨੂੰ ਮੈਂ ਲੈ ਸਕਦਾ ਹਾਂ 2 ਗੁਣਾ 5 ਗੁਣਾ 5, ਠੀਕ ਹੈ। ਇਹ 5 ਇੱਕ ਬੇਟਾ ਇੰਨਾ ਕੱਟ ਜਾਏਗਾ, ਸਾਡੇ ਕੋਲ ਹੈਗਾ 7, ਥੱਲੇ ਹੈਗਾ 2 ਗੁਣਾ 5, ਠੀਕ ਹੈ। ਫਿਰ 2 ਤੇ 5 ਹੀ ਆ ਰਿਹਾ, ਇਹਦੇ ਵਿੱਚ ਸ਼ਾਂਤ ਦਸ਼ਮਲਵ ਆ, ਇਹਨੂੰ ਮੈਂ ਕਰੂੰਗਾ 2 ਗੁਣਾ 5 ਕਿੰਨਾ ਬੇਟਾ ਆ ਗਿਆ 10, ਇਹ ਕੀ ਬਣ ਜਾਏਗਾ ਬੇਟਾ, ਹੁਣ ਇਹ ਥਾਂ ਤੇ ਆ, ਇਹ ਥਾਂ ਤੇ ਪੁਆਇੰਟ ਲੱਗ ਗਿਆ 0.7, 0.7 ਕੀ ਇਹਦਾ ਦਸ਼ਮਲਵ ਪ੍ਰਸਾਰ ਆ, ਠੀਕ ਹੈ। ਸੋ ਇਹ ਬੇਟਾ ਸੀ ਸਾਡੇ ਕੋਲ ਸੈਕਿੰਡ ਦੇ ਪਾਰਟਸ, ਜਿਨ੍ਹਾਂ ਦਾ ਸ਼ਾਂਤ ਦਸ਼ਮਲਵ ਸੀ ਉਹਨਾਂ ਨੂੰ ਆਪਾਂ ਦਸ਼ਮਲਵ ਰੂਪ ਵਿੱਚ ਲਿਖ ਦਿੱਤਾ ਸੌਖੇ ਤਰੀਕੇ ਨਾਲ। ਨੈਕਸਟ ਬੇਟਾ ਕੋਈ ਥਰਡ ਕੁਐਸਚਨ ਆ, ਲਿਖਿਆ ਕੁਝ ਵਾਸਤਵਿਕ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਹੇਠਾਂ ਦਰਸਾਏ ਗਏ ਹਨ। ਆ ਦੇਖੋ ਵਾਸਤਵਿਕ ਸੰਖਿਆਵਾਂ ਇਹਨਾਂ ਦੇ ਦਸ਼ਮਲਵ ਵਿੱਚ ਸਾਨੂੰ ਲਿਖ ਕੇ ਦਿੱਤਾ ਉਹਨਾਂ ਨੇ, ਦਸ਼ਮਲਵ ਵਿਸਤਾਰ ਦਰਸਾਏ ਗਏ ਹਨ। ਹਰ ਇੱਕ ਸਥਿਤੀ ਲਈ ਨਿਰਧਾਰਿਤ ਕਰੋ ਕਿ ਸੰਖਿਆ ਪਰਮੇਜ ਹੈ ਜਾਂ ਨਹੀਂ, ਠੀਕ ਹੈ ਬੇਟਾ। ਆਪਾਂ ਇਹ ਦੱਸਣਾ ਕਿ ਸੰਖਿਆ ਪਰਮੇਜ ਹੈ ਕਿ ਨਹੀਂ। ਸੰਖਿਆ ਬੇਟਾ ਪਰਮੇਜ ਕਿਹੜੀ ਹੋਏਗੀ, ਜਿਹਦਾ ਤਾਂ ਦਸ਼ਮਲਵ ਸ਼ਾਂਤ ਆ, ਜਿੱਦਾਂ ਦੇਖੋ ਇਹਦਾ ਐਂਡ ਹੋ ਜਾਂਦਾ ਨਾ, ਇੱਥੇ ਦਸ਼ਮਲਵ ਸ਼ਾਂਤ ਆ ਤੇ ਇਹ ਤਾਂ ਪਰਮੇਜ ਹੋਏਗੀ। ਜਿਹਦਾ ਐਂਡ ਨਹੀਂ, ਜਿੱਦਾਂ ਐਂਡ ਨਹੀਂ ਹੋ ਰਿਹਾ, ਠੀਕ ਹੈ ਨਾ, ਇਹ ਜਿਹਦਾ ਐਂਡ ਨਹੀਂ ਹੋ ਰਿਹਾ ਤੇ ਉਹ ਰਿਪੀਟ ਵੀ ਨਹੀਂ ਕਰ ਰਿਹਾ, ਦੇਖੋ ਪਹਿਲਾਂ ਇੱਕ ਵਾਰੀ 1 0 ਆਈ ਆ, ਫਿਰ 2 0 ਆਈਆਂ, ਫਿਰ 3 0 ਆਈਆਂ, ਫਿਰ 4 0 ਆਈਆਂ, ਇੱਦਾਂ ਨਾ। ਇਹ ਜਿਹੜੀ ਕੀ ਹੁੰਦੀ ਆ, ਇਹ ਹੁੰਦੀ ਆ ਅਸ਼ਾਂਤ ਅਣਆਵਰਤੀ, ਠੀਕ ਹੈ। ਜਿਹੜਾ ਐਂਡ ਵੀ ਨਹੀਂ ਹੁੰਦਾ, ਰਿਪੀਟ ਵੀ ਨਹੀਂ ਹੁੰਦਾ। ਅਸ਼ਾਂਤ ਅਣਆਵਰਤੀ ਜਿਹੜੀਆਂ ਹੁੰਦੀਆਂ ਸੰਖਿਆਵਾਂ ਹੁੰਦੀਆਂ ਬੇਟਾ, ਉਹ ਕੀ ਹੁੰਦੀਆਂ, ਉਹ ਆਪਰਿਮੇਜ ਹੁੰਦੀਆਂ, ਆਪਰਿਮੇਜ ਨਾ ਐਡੇ ਵਾਲੀਆਂ। ਤੇ ਆਹ ਦੇਖੋ ਬੇਟਾ ਇਹ ਜਿਹੜੀ ਸੰਖਿਆ ਇਹ ਕੀ ਆ, ਇਹਦਾ ਪੁਆਇੰਟ ਤੋਂ ਬਾਅਦ ਦੇਖੋ ਉੱਤੇ ਲਾਈਨ ਪਾਈ ਨਾ, ਇਹਦਾ ਮਤਲਬ ਇੰਨਾ ਸਾਰੇ ਡਿਜਿਟਸ ਜਿਹੜੇ ਰਿਪੀਟ ਹੋ ਰਹੇ ਆ, 4 3 ਪੁਆਇੰਟ, ਆ ਸਾਰੇ ਨੰਬਰ ਫਿਰ ਰਿਪੀਟ ਹੋਣੇ ਆ, ਫਿਰ ਦੁਬਾਰਾ ਰਿਪੀਟ ਹੋਣੇ, ਫਿਰ ਦੁਬਾਰਾ ਰਿਪੀਟ ਹੋਣੇ ਆ। ਇਹਦਾ ਮਤਲਬ ਇਹ ਕਿੱਦਾਂ ਦਾ ਦਸ਼ਮਲਵ ਆ, ਇਹ ਬੇਟਾ ਦਸ਼ਮਲਵ ਜਿਹੜਾ ਆ ਇਹ
ਅਸ਼ਾਂਤ ਆਵਰਤੀ ਆ, ਅਸ਼ਾਂਤ ਆਵਰਤੀ, ਠੀਕ ਹੈ ਨਾ। ਤੇ ਜਿਹੜੀਆਂ ਅਸ਼ਾਂਤ ਆਵਰਤੀ ਹੁੰਦੀਆਂ ਉਹ ਵੀ ਪਰਮੇਜ ਸੰਖਿਆਵਾਂ ਹੁੰਦੀਆਂ, ਜਿਹੜੀਆਂ ਸ਼ਾਂਤ ਦਸ਼ਮਲਵ ਹੁੰਦੀਆਂ ਉਹ ਵੀ ਪਰਮੇਜ ਸੰਖਿਆਵਾਂ ਹੁੰਦੀਆਂ, ਜਿਹੜੀਆਂ ਅਸ਼ਾਂਤ ਅਣਾਵਰਤੀ ਹੁੰਦੀਆਂ ਉਹ ਕੀ ਹੁੰਦੀਆਂ, ਆਪਰਿਮੇਜ ਐਡੇ ਵਾਲੀਆਂ ਹੁੰਦੀਆਂ, ਠੀਕ ਹੈ। ਉਹਨੇ ਕਿਹਾ ਹੈ ਕਿ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਪਰਮੇਜ ਆ ਕਿ ਨਹੀਂ ਪਰਮੇਜ। ਜੇਕਰ ਇਹ ਪਰਮੇਜ ਸੰਖਿਆ ਹੈ ਤਾਂ ਪੀ ਬਟਾ ਕਿਊ ਦੇ ਰੂਪ ਦੀ ਹੈ, ਤੇ ਕਹਿੰਦਾ ਕਿਊ ਦੇ ਅਭਾਜ ਗੁਣਨਖੰਡ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਕਿ ਜਿਹੜਾ ਕਿਊ ਆ ਉਹਦੇ ਅਭਾਜ ਗੁਣਨਖੰਡ ਕਿੱਦਾਂ ਦੇ ਹੋਣਗੇ। ਜਿੱਦਾਂ ਆਪਾਂ ਉੱਪਰ ਕੁਐਸਚਨ ਵੀ ਕੀਤਾ ਸੀ ਪਹਿਲੇ ਵਿੱਚ ਕਿ ਜੇ ਨੀਚੇ ਆ ਜਾਵੇ 2 ਜਾਂ 5 ਹੀ, ਜੇ ਜਿਹੜਾ ਅੰਸ਼ ਵਟਾਰ ਹੁੰਦਾ ਨਾ ਜਿਹੜਾ ਹਰ ਵਾ ਉਹ 2 ਦੀ ਪਾਵਰ n ਤੇ 5 ਦੀ ਪਾਵਰ m ਦੇ ਰੂਪ ਵਿੱਚ ਹੋਵੇ, ਫਿਰ ਆਪਾਂ ਕਹਿ ਦਿੰਦੇ ਆ ਉਹ ਕੀ ਆ, ਉਹ ਕੀ ਹੋਏਗੀ, ਉਹ ਸਾਡੇ ਕੋਲ ਪਰਮੇਜ ਸੰਖਿਆ ਹੋਏਗੀ, ਠੀਕ ਹੈ ਨਾ। ਤਾਂ ਪਰਮੇਜ ਸੰਖਿਆ ਜਿਹੜਾ ਹਰ ਵਾ ਉਹ ਕਿੱਦਾਂ ਦਾ ਹੁੰਦਾ ਆ, 2 ਦੀ ਪਾਵਰ n 5 ਦੀ ਪਾਵਰ m ਦੇ ਰੂਪ ਵਿੱਚ ਹੁੰਦਾ ਆ। ਇੱਥੇ nm ਕੀ ਹੁੰਦੀਆਂ ਆ, ਸੰਪੂਰਨ ਸੰਖਿਆਵਾਂ, ਠੀਕ ਹੈ ਬੇਟਾ। ਆਪਾਂ ਇਹੀ ਇਸ ਕੁਐਸਚਨ ਵਿੱਚ ਦੱਸਣਾ। ਸੋ ਪਹਿਲਾ ਕੁਐਸਚਨ ਕਰਦੇ ਹਾਂ ਆਪਾਂ 43.123456789। ਸੋ ਹੁਣ ਬੇਟਾ ਆਪਾਂ ਪਹਿਲਾ ਕੁਐਸਚਨ ਲਿਖਿਆ, ਪਹਿਲਾ ਕੁਐਸਚਨ ਹੈ ਸਾਡੇ ਕੋਲ ਥਰਡ ਦਾ ਫਸਟ ਕੀ ਆ 43.123456789। ਇਹਦੇ ਵਿੱਚ ਦੇਖੋ ਕਿਉਂਕਿ ਇਹ ਸ਼ਾਂਤ ਦਸ਼ਮਲਵ ਹੈ ਇਹਦਾ ਐਂਡ ਹੋ ਜਾਂਦਾ ਬੇਟਾ, ਇੱਥੇ ਲਾਸਟ 3 ਡਾਟਸ ਨਹੀਂ ਪਾਏ ਨਾ, ਜੇ 3 ਡਾਟਸ ਪਾਏ ਤਾਂ ਮਤਲਬ ਉਹ ਐਂਡ ਨਹੀਂ ਹੁੰਦਾ, ਪਰ ਇੱਥੇ ਡਾਟਸ ਨਹੀਂ ਪਾਏ ਇਹਦਾ ਮਤਲਬ ਕਿ ਐਂਡ ਹੋ ਗਿਆ ਹੈ ਨਾ, ਕਿਉਂਕਿ ਇਹ ਸ਼ਾਂਤ ਦਸ਼ਮਲਵ ਹੈ ਇਸ ਲਈ ਇਹ ਇੱਕ ਪਰਿਮੇਜ ਸੰਖਿਆ ਹੈ ਤੇ ਇਸ ਦੇ ਹਰ ਦੇ ਅਭਾਜ ਗੁਣਨਖੰਡ 2 ਦੀ ਪਾਵਰ n 5 ਦੀ ਪਾਵਰ m ਦੇ ਰੂਪ ਦੇ ਇੱਥੇ ਹੁੰਦੇ ਹਨ। ਇੱਥੇ n ਤੇ m ਕੀ ਆ, ਸੰਪੂਰਨ ਸੰਖਿਆਵਾਂ, ਯਾਨੀ ਜਿਹੜਾ ਪਰਿਮੇਜ ਸੰਖਿਆ ਹੁੰਦੀ ਆ ਉਹਦਾ ਜਿਹੜਾ ਹਰ ਕਿੱਦਾਂ ਦਾ ਹੁੰਦਾ, 2 ਦੀ ਪਾਵਰ n 5 ਦੀ ਪਾਵਰ m ਦੇ ਰੂਪ ਦਾ ਹੁੰਦਾ ਹੈ। nm ਕੀ ਆ, ਸੰਪੂਰਨ ਸੰਖਿਆਵਾਂ, ਠੀਕ ਹੈ ਬੇਟਾ। ਇਹ ਸੀ ਸਾਡੇ ਕੋਲ ਥਰਡ ਕੁਐਸਚਨ, ਥਰਡ ਦਾ ਫਸਟ ਪਾਰਟ, ਯਾਨੀ ਜਦੋਂ ਸ਼ਾਂਤ ਦਸ਼ਮਲਵ ਹੋਵੇ ਤਾਂ ਉਹ ਪਰਿਮੇਜ ਸੰਖਿਆ ਹੁੰਦੀ ਹੈ ਤੇ ਉਹ ਜਿਹੜਾ ਹਰ ਵਾ ਉਹ ਕਿੱਦਾਂ ਦਾ ਹੁੰਦਾ, 2 ਦੀ ਪਾਵਰ n 5 ਦੀ ਪਾਵਰ m ਦਾ। ਨੈਕਸਟ ਹੈ ਬੇਟਾ ਸਾਡੇ ਕੋਲ ਸੈਕੰਡ ਕੁਐਸਚਨ, ਸੈਕੰਡ ਕੁਐਸਚਨ ਵਿੱਚ ਹੈ ਸਾਡੇ ਕੋਲ 0.1201, ਠੀਕ ਹੈ। ਫਿਰ ਬੇਟਾ 201, ਫਿਰ ਬੇਟਾ 2, ਇੱਥੇ ਸਾਡੇ ਕੋਲ 3 ਜ਼ੀਰੋ ਆ ਗਈਆਂ, ਫਿਰ ਬੇਟਾ 2 1 2 3 4 ਜ਼ੀਰੋ ਆ ਗਏ, ਇੱਦਾਂ ਚੱਲੀ ਜਾਣਾ ਬੇਟਾ। ਹੁਣ ਇਹਦੇ ਵਿੱਚ ਦੇਖੋ ਪਹਿਲਾਂ ਆਪਾਂ ਇਹ ਨਹੀਂ ਕਹਿ ਸਕਦੇ ਇੱਥੇ ਰਿਪੀਟ ਹੋ ਰਿਹਾ ਅੱਖਰ, ਆ ਦੇਖੋ ਪਹਿਲਾਂ 1 0 ਸੀ, ਫਿਰ 2 0, ਫਿਰ 3 0, ਫਿਰ 4 0, ਫਿਰ 5 0, ਬਾਰ-ਬਾਰ ਇੱਦਾਂ ਨਹੀਂ ਹੋ ਰਿਹਾ ਕਿ 1 0 ਤੋਂ ਬਾਅਦ ਹੀ 1 ਆ ਰਿਹਾ, 1 0 ਤੋਂ ਬਾਅਦ ਹੀ 1 ਆ ਰਿਹਾ, ਇੱਦਾਂ ਨਹੀਂ ਹੋ ਰਿਹਾ, ਠੀਕ ਹੈ ਨਾ। ਤਾਂ ਇਹਦੇ ਵਿੱਚ ਨਾ ਤਾਂ ਬੇਟਾ ਇਹਦਾ ਐਂਡ ਹੋ ਰਿਹਾ, ਨਾ ਹੀ ਇਹ ਰਿਪੀਟ ਹੋ ਰਹੀ ਆ। ਸੋ ਇਹਨੂੰ ਆਪਾਂ ਕਹਾਂਗੇ ਇਹ ਕੀ ਹੈ, ਇੱਕ ਅਸ਼ਾਂਤ ਦਸ਼ਮਲਵ ਹੈ। ਤਾਂ ਇਹ ਕੀ ਹੈ, ਇੱਕ ਅਸ਼ਾਂਤ ਅਣਆਵਰਤੀ, ਇਹ ਅਸ਼ਾਂਤ ਅਣਆਵਰਤੀ ਦਸ਼ਮਲਵ ਹੈ। ਜੇ ਅਸ਼ਾਂਤ ਅਣਆਵਰਤੀ ਦਸ਼ਮਲਵ ਬੇਟਾ ਫਿਰ ਇਹ ਕੀ ਹੋਏਗਾ, ਆਪਰਿਮੇਜ ਸੰਖਿਆ। ਜਿਹੜੀਆਂ ਅਸ਼ਾਂਤ ਅਣਆਵਰਤੀ ਹੁੰਦੇ ਦਸ਼ਮਲਵ ਉਹ ਕੀ ਹੁੰਦੇ, ਆਪਰਿਮੇਜ ਸੰਖਿਆਵਾਂ ਹੁੰਦੇ ਆ, ਤੇ ਉਹਨਾਂ ਜਿਹੜਾ ਹਰ ਵਾ ਇਹਦਾ ਜਿਹੜਾ ਹਰ ਜਿਹੜਾ ਆ ਉਹ ਕਿੱਦਾਂ ਦਾ ਹੋਏਗਾ, 2 ਦੀ ਪਾਵਰ n 5 ਦੀ m ਦੇ ਰੂਪ ਦਾ ਨਹੀਂ ਹੋਵੇਗਾ, ਠੀਕ ਹੈ। ਇਹਦਾ ਜਿਹੜਾ ਹਰ ਵਾ 2 ਦੀ ਪਾਵਰ n 5 ਦੀ ਪਾਵਰ m ਦੇ ਰੂਪ ਦਾ ਨਹੀਂ ਹੋਵੇਗਾ। ਇੱਥੇ nm ਕੀ ਹੈ, ਬਿਲਕੁਲ ਇੱਦਾਂ ਲਿਖਣਾ ਬਟ ਨਹੀਂ ਹੋਵੇਗਾ ਲਿਖਣਾ ਨਾ, nm ਸੰਪੂਰਨ ਸੰਖਿਆਵਾਂ ਹਨ, ਠੀਕ ਹੈ ਬੇਟਾ। ਇਹ ਇੱਦਾਂ 2 ਦੀ ਪਾਵਰ n 5 ਦੀ ਪਾਵਰ m ਦੇ ਰੂਪ ਦਾ ਨਹੀਂ ਹੋਵੇਗਾ, ਠੀਕ ਹੈ, ਕਿਉਂਕਿ ਇਹ ਆਪਰਿਮੇਜ ਸੰਖਿਆ। ਫਿਰ ਬੇਟਾ ਇਹ ਸਾਡੇ ਕੋਲ ਥਰਡ ਕੁਐਸਚਨ, ਥਰਡ ਕੁਐਸਚਨ ਵਿੱਚ ਹੈ 43.123456789। ਇਹਦੇ ਉੱਤੇ ਬੇਟਾ ਇਹਦਾ ਬਾਰ ਪਾਈ ਆ, ਇਹਦਾ ਕੀ ਮਤਲਬ ਹੁੰਦਾ, ਇਹਦੇ ਉੱਤੇ ਲਾਈਨ ਪਾ ਦਿੰਦੇ ਨੇ, ਇਹਦਾ ਮਤਲਬ ਇਹ ਅੱਖਰ ਜਿਹੜਾ ਆ ਇਹ ਬਾਰ-ਬਾਰ ਇੱਦਾਂ ਹੀ ਆਈ ਜਾਣਾ ਹੈ। ਇਹ 43.123456789 889, ਫਿਰ 1 2 3 4 5 6 7 8 9, ਮਤਲਬ ਇਹ ਆਪਾਂ ਕਿੱਦਾਂ ਦਾ ਦਸ਼ਮਲਵ ਬੇਟਾ, ਇਹ ਦਸ਼ਮਲਵ ਜਿਹੜਾ ਆ ਇਹ ਹੈ ਅਸ਼ਾਂਤ ਆਵਰਤੀ। ਅਸ਼ਾਂਤ ਆਵਰਤੀ ਜਿਹੜਾ ਰਿਪੀਟ ਹੋ ਰਿਹਾ ਨਾ ਬਾਰ-ਬਾਰ, ਐਂਡ ਤਾਂ ਨਹੀਂ ਹੋ ਰਿਹਾ ਇਸ ਲਈ ਅਸ਼ਾਂਤ ਆ। ਜੇ ਰਿਪੀਟ ਹੋ ਰਿਹਾ ਜਿੱਦਾਂ ਉੱਤੇ ਬਾਰ ਪਾਤੇ ਮਤਲਬ ਬਾਰ-ਬਾਰ ਰਿਪੀਟ ਹੋ ਰਿਹਾ, ਇਹਨੂੰ ਅਸ਼ਾਂਤ ਆਵਰਤੀ ਕਹਿੰਦੇ ਆ। ਤੇ ਅਸ਼ਾਂਤ ਆਵਰਤੀ ਵਾਲੀਆਂ ਜਿਹੜੀਆਂ ਸੰਖਿਆਵਾਂ ਉਹ ਕੀ ਹੁੰਦੀਆਂ ਬੇਟਾ, ਪਰਿਮੇਜ ਸੰਖਿਆਵਾਂ ਹੁੰਦੀਆਂ, ਠੀਕ ਹੈ। ਤੇ ਜੇ ਪਰਿਮੇਜ ਸੰਖਿਆਵਾਂ ਬਿਲਕੁਲ ਆਪਾਂ ਇਹਦੇ ਵਾਂਗੂ ਲਿਖ ਦੇਣਾ, ਠੀਕ ਹੈ। ਇਸ ਦੇ ਹਰ ਦੇ ਭਾਜ ਗੁਣਨਖੰਡ 2 ਦੀ ਪਾਵਰ n 5 ਦੀ ਪਾਵਰ m, ਇੱਥੇ nm ਸੰਪੂਰਨ ਸੰਖਿਆਵਾਂ ਦੇ ਰੂਪ ਦੇ ਹਨ, ਠੀਕ ਹੈ। ਸੋ ਇਹ ਜਿਹੜੇ ਅਭਾਜ ਗੁਣਨਖੰਡ ਆ ਉਹ ਕਿੱਦਾਂ ਦੇ ਹੋਏਗੇ, ਹਰ ਦੇ ਭਾਜ ਗੁਣਨਖੰਡ ਕਿੱਦਾਂ ਦੇ ਹੋਏਗੇ, 2 ਦੀ ਪਾਵਰ n 5 ਦੀ ਪਾਵਰ m ਦੇ ਰੂਪ ਦੇ। ਇੱਥੇ nm ਕੀ ਆ, ਸੰਪੂਰਨ ਸੰਖਿਆਵਾਂ, ਠੀਕ ਹੈ ਬੇਟਾ। ਪਹਿਲੀ ਜਿਹੜੀ ਸੀ ਸਾਡੇ ਕੋਲ ਉਹ ਕਿਉਂਕਿ ਸੀਗਾ ਸ਼ਾਂਤ ਦਸ਼ਮਲਵ ਸੀਗਾ, ਜੇ ਸ਼ਾਂਤ ਦਸ਼ਮਲਵ ਆ ਤਾਂ ਉਹ ਪਰਿਮੇਜ ਆ, ਠੀਕ ਹੈ। ਜੇ ਪਰਿਮੇਜ ਆ ਤਾਂ ਉਹਦੇ ਹਰ ਦੇ ਭਾਜ ਗੁਣਨਖੰਡ ਕਿੱਦਾਂ ਦੇ ਹੋਗੇ, 2 ਦੀ ਪਾਵਰ n 5 ਦੀ ਪਾਵਰ m ਦੇ, nm ਕੀ ਆ, ਸੰਪੂਰਨ ਸੰਖਿਆਵਾਂ। ਦੂਜਾ ਜਿਹੜਾ ਸੀ ਬੇਟਾ ਸਾਡੇ ਕੋਲ ਇਹ ਨਾ ਐਂਡ ਹੁੰਦਾ ਸੀ ਨਾ ਰਿਪੀਟ ਹੁੰਦਾ ਸੀ, ਇਹ ਅਸ਼ਾਂਤ ਅਣਾਵਰਤੀ ਆ, ਇਹ ਆਪਰਿਮੇਜ ਸੰਖਿਆ ਆ। ਇਹਦਾ ਹਰ ਦੇ ਭਾਜ ਗੁਣਨਖੰਡ ਕਿੱਦਾਂ ਦੇ ਹੋਏਗੇ, 2 ਦੀ ਪਾਵਰ n 5 ਦੀ ਪਾਵਰ m ਦੇ ਰੂਪ ਦੇ ਨਹੀਂ ਹੋਣਗੇ, ਠੀਕ ਹੈ, ਕਿਉਂਕਿ ਇਹ ਆਪਰਿਮੇਜ ਆ, ਠੀਕ ਹੈ। nm ਸੰਪੂਰਨ ਸੰਖਿਆਵਾਂ। ਤੀਸਰਾ ਬੇਟਾ ਸੀ ਸਾਡੇ ਕੋਲ ਇਹ ਸਾਡੇ ਕੋਲ ਅਸ਼ਾਂਤ ਆਵਰਤੀ ਸੀ, ਕਿਉਂਕਿ ਰਿਪੀਟ ਹੋ ਰਿਹਾ ਸੀ ਬਾਰ-ਬਾਰ ਨਾ, ਰਿਪੀਟ ਹੋ ਰਿਹਾ ਨੂੰ ਆਵਰਤੀ ਕਹਿੰਦੇ ਆ। ਅਸ਼ਾਂਤ ਆਵਰਤੀ ਜਿਹੜੇ ਦਸ਼ਮਲਵ ਹੁੰਦੇ ਉਹ ਕੀ ਹੁੰਦੀਆਂ, ਉਹ ਵੀ ਪਰਿਮੇਜ ਸੰਖਿਆਵਾਂ ਹੀ ਹੁੰਦੀਆਂ, ਠੀਕ ਹੈ। ਤੇ ਇਹਦਾ ਹਰ ਫਿਰ ਕਿੱਦਾਂ ਦਾ ਹੋਏਗਾ, 2 ਦੀ ਪਾਵਰ n 5 ਦੀ ਪਾਵਰ m ਦੇ ਰੂਪ ਦੇ, ਠੀਕ ਹੈ ਬੇਟਾ।